ਜਦੋਂ ਪ੍ਰਚਾਰਕ ਇਸ ਤਰੀਕੇ ਦੀ ਚੋਣ ਕਰਦਾ ਹੈ ਕਿ ਕਈ ਤਰ੍ਹਾਂ ਦੀ ਵੀ ਫਲਾਣੀ ਸੰਸਥਾ, ਫਲਾਣਾ ਕਾਲਜ, ਫਲਾਣੇ ਟਕਸਾਲ ਚਲੇ ਜਾਓ, ਅਨੇਕ ਤਰ੍ਹਾਂ ਦੀਆਂ ਉਹਦੇ ਸਾਹਮਣੇ ਇਹ ਚੀਜ਼ਾਂ ਆਉਂਦੀਆਂ ਨੇ। ਇਹਨਾਂ ਚੀਜ਼ਾਂ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪਿਆ? ਜਦੋਂ ਮੈਂ ਪ੍ਰਚਾਰ ਲਾਈਨ ਦੇ ਵਿੱਚ ਆਇਆ ਉਸ ਸਮੇਂ ਮੇਰੀ ਇੱਕ ਮਜਬੂਰੀ ਵੀ ਸੀਗੀ। ਮੇਰੇ ਤੋਂ ਸਾਡੇ ਸਾਰੇ ਭੈਣ ਭਰਾਵਾਂ ਤੋਂ ਵੱਡੇ ਸਿਸਟਰ ਸਾਨੂੰ ਦੀ ਕਿਡਨੀਜ਼ ਡੈਮੇਜ ਹੋ ਗਈਆਂ ਸੀਗੀਆਂ। ਉਹਦੇ ਇਲਾਜ ਉੱਤੇ ਫਾਦਰ ਸਾਹਿਬ ਨੇ ਇੰਨਾ ਖਰਚਾ ਕਰ ਦਿੱਤਾ ਵੀ ਫਾਈਨੈਂਸ਼ੀਅਲੀ ਤੌਰ ਤੇ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਚੁੱਕੀਆਂ ਸੀਗੀਆਂ। ਤੇ ਮੈਂ ਮੈਟ੍ਰਿਕ ਕਰਨ ਤੋਂ ਬਾਅਦ ਧਿਆਨ ਤਾਂ ਮੇਰਾ ਇਸ ਪਾਸੇ ਵੱਲ ਸੀਗਾ। ਫਿਰ ਮੈਂ ਸੋਚਿਆ ਵੀ ਕਿਉਂ ਨਾ ਪ੍ਰਚਾਰਕ ਦੇ ਤੌਰ ਦੇ ਉੱਤੇ ਸੇਵਾ ਨਿਭਾਈ ਜਾਵੇ। ਵੀਰ ਜੀ, ਜਦੋਂ ਤੁਸੀਂ ਇਹ ਕਾਰਜ ਦੀ ਆਰੰਭਤਾ ਕੀਤੀ, ਕੁਝ ਲੋਕਾਂ ਨੇ ਤੁਹਾਡੇ ਤੇ ਇੱਕ ਸਵਾਲ ਜਿਹਾ ਤੇ ਕੀਤਾ ਹੋਣਾ, ਕਈਆਂ ਨੇ ਕਿਹਾ ਹੋਣਾ ਵੀ ਇਹਦਾ ਪ੍ਰਚਾਰਕਾਂ ਦਾ ਕੰਮ ਨਹੀਂ ਚੱਲਿਆ ਹੋਣਾ, ਇਹਦੇ ਪ੍ਰੋਗਰਾਮ ਬੰਦ ਹੋ ਗਏ ਹੋਣੇ ਨੇ, ਇਸ ਕਰਕੇ ਦੁਕਾਨ ਪਾ ਕੇ ਬਹਿ ਗਿਆ। ਕੋਈ ਕਹਿੰਦਾ ਹੋਣਾ ਪ੍ਰਬੰਧਕਾਂ ਨਾਲ ਬਣੀ ਨਹੀਂ ਹੋਣੀ, ਕੋਈ ਕਹਿੰਦਾ ਲੋਟ ਨਹੀਂ ਆਇਆ, ਹਨਾ? ਇਹ ਗੱਲਾਂ ਤੁਹਾਨੂੰ ਸੁਣਨੀਆਂ ਪਈਆਂ ਜੀ? ਉਸ ਵਕਤ ਨਹੀਂ, ਹੁਣ ਵੀ ਕਈ ਵਾਰੀ ਸੁਣਨੀਆਂ ਪੈਂਦੀਆਂ ਨੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਕੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ, ਜਿਵੇਂ ਕਿ ਤੁਹਾਨੂੰ ਪਤਾ, ਕੁਝ ਕੌੜੇ ਸੱਚ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਲੰਮੇ ਸਮੇਂ ਤੋਂ ਹਾਜ਼ਰ ਹੁੰਨਾ ਵਾਂ। ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਕੁਝ ਕੌੜੇ ਸੱਚ ਕਈਆਂ ਨੂੰ ਬੇਹੱਦ ਕੌੜੇ ਲੱਗਦੇ ਨੇ, ਤੇ ਕਈ ਸੱਜਣ ਇਤਰਾਜ਼ ਵੀ ਕਰਦੇ ਨੇ ਵੀ ਪ੍ਰੋਗਰਾਮ ਦਾ ਨਾਮ ਕੌੜਾ ਸੱਚ ਕਿਉਂ ਰੱਖਿਆ। ਫਿਰ ਮੈਂ ਕਈ ਵਾਰੀ ਇਹ ਗੱਲ ਕਹਿਣ ਤੇ ਮਜਬੂਰ ਹੋ ਜਾਂਦਾ ਵਾਂ ਕਿ ਸੱਚ ਕੌੜਾ ਹੁੰਦਾ। ਉਹ ਕਹਿੰਦੇ ਨਹੀਂ, ਸੱਚੇ ਬੰਦੇ ਨੂੰ ਸੱਚ ਮਿੱਠਾ ਲੱਗਦਾ ਹੈ, ਉਹਨੂੰ ਕੌੜਾ ਨਹੀਂ ਲੱਗਦਾ। ਪਰ ਅਸੀਂ ਕਈ ਵਾਰੀ ਇਸ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਸੱਚ ਪੇਸ਼ ਕਰ ਜਾਂਦੇ ਹਾਂ ਜਿਹੜੇ ਕਰੀਬ ਬਹੁਤਾਤ ਲੋਕਾਂ ਨੂੰ ਕੌੜੇ ਲੱਗਣ ਲੱਗ ਪੈਂਦੇ ਨੇ। ਇਸ ਕਰਕੇ ਅਸੀਂ ਇਸ ਪ੍ਰੋਗਰਾਮ ਦਾ ਨਾਮ ਦਿੱਤਾ ਕੌੜਾ ਸੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਕਈ ਵਾਰੀ ਜਿਹੜਾ ਝੂਠਾ ਹੁੰਦਾ ਹੈ ਉਹ ਜਲ ਜਾਂਦਾ ਹੈ, ਉਹਨੂੰ ਫਿਰ ਸੱਚ ਮਿੱਠਾ ਨਹੀਂ ਲੱਗਦਾ, ਉਹਨੂੰ ਸੱਚ ਠੰਡਾ ਨਹੀਂ ਲੱਗਦਾ, ਉਹਨੂੰ ਕਈ ਵਾਰੀ ਬੇਹੱਦ ਕੌੜਾ ਲੱਗਦਾ ਹੈ। ਇਸ ਕਰਕੇ ਕੌੜਾ ਸੱਚ ਪ੍ਰੋਗਰਾਮ ਲੈ ਕੇ ਅੱਜ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਵਾਂ। ਤੇ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਵੀਰ ਗੁਰਦਿੱਤ ਸਿੰਘ ਜੀ, ਜੋ ਉੱਘੇ ਪ੍ਰਚਾਰਕ ਵੀ ਨੇ ਤੇ ਕਿਰਤੀ ਵੀ ਨੇ। ਆਓ ਤਿੰਨਾਂ ਦੇ ਕੋਲੋਂ ਜਾਣਨ ਦਾ ਯਤਨ ਕਰੀਏ ਕਿ ਪ੍ਰਚਾਰ ਦੇ ਨਾਲ ਨਾਲ ਸਾਡੀ ਸੁਤੰਤਰ ਕਿਰਤ ਹੋਣੀ ਕਿੰਨੀ ਕੁ ਲਾਜ਼ਮੀ ਹੈ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੇ ਜਾਣਕਾਰੀ ਲੈਣੀ ਚਾਹੁੰਦੇ ਹਾਂ ਕਿ ਕਰੀਬ ਕਿੰਨੇ ਕੁ ਸਮੇਂ ਤੋਂ ਤੁਸੀਂ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਆਏ, ਇਹ ਤੁਹਾਡਾ ਖਿਆਲ ਕਿਵੇਂ ਬਣਿਆ? ਜੀ ਵੀਰ ਜੀ, ਲਗਭਗ ਬਚਪਨ ਤੋਂ ਜਿਹੜਾ ਪਰਿਵਾਰਕ ਮਾਹੌਲ ਸੀਗਾ, ਫਾਦਰ ਸਾਹਿਬ ਸਰਕਾਰੀ ਨੌਕਰੀ ਕਰਦੇ ਸਨ, ਪਿੰਡ ਛੋਟਾ ਹੋਣ ਕਰਕੇ ਉੱਥੇ ਪਹਿਲਾਂ ਗੁਰੂ ਘਰ ਨਹੀਂ ਸੀ ਹੈਗਾ। ਸਾਡੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਏ ਤੇ ਉਹਨਾਂ ਨੇ ਆਪਣੇ ਘਰ ਹੀ ਇੱਕ ਕਮਰਾ, ਜਿਵੇਂ ਦਾ ਉਸ ਜ਼ਮਾਨੇ ਦੇ ਵਿੱਚ ਕੱਚਾ ਕਮਰਾ ਬਣਾ ਕੇ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਜਦੋਂ ਥੋੜਾ ਜਿਹਾ ਸਮਾਂ ਬਦਲਿਆ, ਇੱਕ ਪੱਕਾ ਕਮਰਾ ਬਣਾ ਕੇ ਉੱਥੇ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ। ਫਿਰ ਸਾਰੇ ਨਗਰ ਨੇ ਇਕੱਠੇ ਹੋ ਕੇ ਇੱਕ ਸਾਂਝੀ ਜਗ੍ਹਾ ਸੀ, ਉਸ ਜਗ੍ਹਾ ਦੇ ਉੱਤੇ, ਕਿਉਂਕਿ ਉਹ ਖੂਹ ਸੀਗਾ, ਉਹ ਸਾਰੇ ਲੋਕ ਕਹਿੰਦੇ ਸੀ ਵੀ ਇਹ ਖੂਹ ਸਾਡਾ ਹੈ, ਇਹ ਸਾਡਾ ਹੈ, ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਦਿੱਤਾ। ਉਦੋਂ ਤੋਂ ਫਿਰ ਫਾਦਰ ਸਾਹਿਬ ਲਗਭਗ 25-30 ਸਾਲ ਤੋਂ ਨਿਸ਼ਕਾਮ ਸੇਵਾ ਗੁਰੂ ਘਰ ਨਿਭਾ ਰਹੇ ਨੇ, ਹਜੇ ਵੀ ਕਰ ਰਹੇ ਨੇ। ਉਹਨਾਂ ਨੂੰ ਵੇਖ ਕੇ ਮਨ ਵਿੱਚ ਇੱਕ ਚਾਅ ਪੈਦਾ ਹੋਇਆ ਵੀ ਕਿਉਂ ਨਾ ਧਰਮ ਪ੍ਰਚਾਰ ਦੇ ਖੇਤਰ ਵਿੱਚ ਆਇਆ ਜਾਵੇ ਜੀ, ਤੇ ਜਿਹੜੀਆਂ ਸਾਡੇ ਵਿੱਚ ਅੱਜ ਤਰੁੱਟੀਆਂ ਆ ਗਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਘਰ ਦੇ ਵਿੱਚੋਂ ਇੱਕ ਲਗਨ ਲੱਗੀ ਤੇ ਤੁਸੀਂ ਪ੍ਰਚਾਰਕ ਲਾਈਨ ਦੇ ਵਿੱਚ ਆ ਗਏ ਜੀ। ਮੇਰੇ ਖਿਆਲ ਦੇ ਵਿੱਚ ਇੱਕ ਸਵਾਲ ਬੜਾ ਦਰਸ਼ਕੋ ਤੁਹਾਨੂੰ ਅਹਿਮ ਜਿਹਾ ਲੱਗੇਗਾ। ਕਈ ਵਾਰੀ ਮੈਨੂੰ ਪਤਾ ਲੱਗਿਆ ਵੀ ਜਦੋਂ ਪ੍ਰਚਾਰਕ ਜਿਸ ਤਰੀਕੇ ਨਾਲ 10ਵੀਂ ਕੋ ਬੱਚਾ ਪਾਸ ਕਰਦਾ ਹੈ ਤੇ ਆਪਣੇ ਇੰਡੀਆ ਦੇ ਮਾਹੌਲ ਦੇ ਮੁਤਾਬਕ ਉਹ ਡਬਲ ਮਾਈਂਡਡ ਹੋ ਜਾਂਦਾ, ਕਿਹੜੇ ਸਬਜੈਕਟ ਰੱਖਾਂ ਜੀ, ਕਿਵੇਂ ਅੱਗੇ ਆਵਾਂ। ਇਸੇ ਤਰੀਕੇ ਦੇ ਨਾਲ ਮੈਨੂੰ ਪਤਾ ਲੱਗਿਆ ਵੀ ਜਦੋਂ ਪ੍ਰਚਾਰਕ ਇਸ ਤਰੀਕੇ ਦੀ ਚੋਣ ਕਰਦਾ ਹੈ ਤੇ ਕਈ ਤਰ੍ਹਾਂ ਦੀ ਵੀ ਫਲਾਣੀ ਸੰਸਥਾ, ਫਲਾਣਾ ਕਾਲਜ, ਫਲਾਣੇ ਟਕਸਾਲ ਚਲੇ ਜਾਓ, ਅਨੇਕ ਤਰ੍ਹਾਂ ਦੀਆਂ ਉਹਦੇ ਸਾਹਮਣੇ ਇਹ ਚੀਜ਼ਾਂ ਆਉਂਦੀਆਂ ਨੇ। ਇਹਨਾਂ ਚੀਜ਼ਾਂ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪਿਆ?
ਜੀ ਵੀਰ ਜੀ, ਸਾਹਮਣਾ ਤਾਂ ਇਹਨਾਂ ਚੀਜ਼ਾਂ ਦਾ ਮੈਨੂੰ ਵੀ ਕਰਨਾ ਪਿਆ ਹੈ, ਕਿਉਂਕਿ ਜਦੋਂ ਮੈਂ ਪ੍ਰਚਾਰ ਲਾਈਨ ਦੇ ਵਿੱਚ ਆਇਆ ਜੀ। ਉਸ ਸਮੇਂ ਮੇਰੀ ਇੱਕ ਮਜਬੂਰੀ ਵੀ ਸੀਗੀ। ਮੇਰੇ ਤੋਂ ਸਾਡੇ ਸਾਰੇ ਭੈਣ ਭਰਾਵਾਂ ਤੋਂ ਵੱਡੇ ਸਿਸਟਰ ਸਨ, ਉਹਦੀ ਕਿਡਨੀਜ਼ ਡੈਮੇਜ ਹੋ ਗਈਆਂ ਸੀਗੀਆਂ। ਉਹਦੇ ਇਲਾਜ ਉੱਤੇ ਫਾਦਰ ਸਾਹਿਬ ਨੇ ਇੰਨਾ ਖਰਚਾ ਕਰ ਦਿੱਤਾ ਵੀ ਫਾਈਨੈਂਸ਼ਲੀ ਤੌਰ ਤੇ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਚੁੱਕੀਆਂ ਸੀਗੀਆਂ। ਤੇ ਮੈਂ ਮੈਟ੍ਰਿਕ ਕਰਨ ਤੋਂ ਬਾਅਦ ਧਿਆਨ ਤਾਂ ਮੇਰਾ ਇਸ ਪਾਸੇ ਵੱਲ ਸੀਗਾ। ਫਿਰ ਮੈਂ ਸੋਚਿਆ ਵੀ ਕਿਉਂ ਨਾ ਪ੍ਰਚਾਰਕ ਦੇ ਤੌਰ ਦੇ ਉੱਤੇ ਸੇਵਾ ਨਿਭਾਈ ਜਾਵੇ। ਮੈਂ ਲੁਧਿਆਣੇ ਵੀ ਪੜ੍ਹਿਆ ਗੁਰਦੁਆਰਾ ਅੰਮ੍ਰਿਤਸਰ ਸਾਹਿਬ। ਉਸ ਤੋਂ ਬਾਅਦ 2 ਸਾਲ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਉੱਥੇ 2 ਸਾਲ ਗੁਰਮਤਿ ਦਾ ਡਿਪਲੋਮਾ ਕੀਤਾ। ਉਸ ਤੋਂ ਬਾਅਦ 2008 ਤੋਂ ਹੁਣ ਤੱਕ ਸੰਗਤ ਦੀ ਸੇਵਾ ਵਿੱਚ ਹੈਦਰਾਬਾਦ, ਸ਼ਾਹਬਾਦ, ਮਾਰਕੰਡਾ, ਹੋਰ ਸ਼ਹਿਰਾਂ ਦੇ ਵਿੱਚ ਜੋ ਗੁਰੂ ਸਾਹਿਬ ਨੇ ਸੇਵਾ ਲਈ ਉਹ ਸੇਵਾ ਨਿਭਾਈ ਪ੍ਰਚਾਰਕ ਦੇ ਤੌਰ ਤੇ। ਜੀ, ਵੀ ਉਹ ਜਿਹੜੀ ਚੀਜ਼ ਤੁਹਾਡੇ ਸਾਹਮਣੇ ਵੀ ਆਈ ਸੀ ਜੀ ਜੀ ਜੀ, ਬਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਆ ਜਾਂਦੀ। ਚਲੋ ਖੈਰ, ਉਹ ਚੀਜ਼ ਆਪਾਂ ਅੱਗੇ ਚੱਲਦੇ ਹਾਂ। ਅੱਜ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ ਤੇ ਅੱਜ ਬਹੁਤੇ ਲੋਕ ਤੁਹਾਨੂੰ ਪ੍ਰਚਾਰਕ ਕਰਕੇ ਘੱਟ ਜਾਣਦੇ ਨੇ ਜੀ, ਤੇ ਤੁਹਾਡੀ ਕਿਰਤ ਕਰਕੇ ਜ਼ਿਆਦਾ ਜਾਣਦੇ ਨੇ, ਕਿਉਂਕਿ ਤੁਸੀਂ ਰਾਜਪੁਰਾ ਮੇਨ ਚੌਂਕ ਦੇ ਲਾਗੇ ਆਪਣੀ ਠਾਹਰ ਬਣਾਈ ਹੈ, ਉੱਥੇ ਤੁਸੀਂ ਗੱਡੀਆਂ ਦਾ ਕਾਰੋਬਾਰ ਕਰਦੇ ਹੋ ਜੀ। ਇਹ ਤੁਹਾਨੂੰ ਕੀ ਲੱਗਿਆ, ਕਿਉਂ ਤੁਸੀਂ ਪ੍ਰਚਾਰਕ ਹੋਣ ਦੇ ਨਾਤੇ, ਜਿਵੇਂ ਤੁਸੀਂ ਦੱਸਿਆ ਮੈਂ ਹੈਦਰਾਬਾਦ ਸੇਵਾਵਾਂ ਨਿਭਾਈਆਂ ਜੀ, ਸ਼ਾਹਬਾਦ ਮਾਰਕੰਡਾ ਸੇਵਾਵਾਂ ਨਿਭਾਈਆਂ, ਹੋਰ ਵੀ ਤੁਸੀਂ ਵਿਚਰ ਕੇ ਪ੍ਰਚਾਰ ਕਰਦੇ ਸੀ, ਜੀ। ਹੁਣ ਇੱਕ ਜਗ੍ਹਾ ਤੇ ਤੁਸੀਂ ਪੱਕਾ ਟਿਕਾਣਾ ਕੀਤਾ ਹੋਇਆ ਆ। ਜੀ, ਤੁਹਾਨੂੰ ਕੀ ਲੱਗਿਆ ਵੀ ਪ੍ਰਚਾਰ ਦੇ ਨਾਲ ਨਾਲ ਸਾਡੀ ਸੁਤੰਤਰ ਕਿਰਤ ਹੋਣੀ ਚਾਹੀਦੀ ਹੈ? ਜੀ ਵੀਰ ਜੀ, ਕਿਉਂਕਿ ਇਹ ਚੀਜ਼ ਤਾਂ ਮਹਿਸੂਸ ਹੋਈ ਹੈ ਕਿਉਂਕਿ ਜਿਹੋ ਜਿਹਾ ਗੁਰੂ ਨਾਨਕ ਸਾਹਿਬ ਸਾਨੂੰ ਸਿੱਖ ਬਣਾਉਣਾ ਚਾਹੁੰਦੇ ਸੀਗੇ, ਮਨ ਵਿੱਚ ਇਹ ਖਿਆਲ ਆਇਆ ਕਿਉਂਕਿ ਜੇ ਅਸੀਂ ਸਨਾਤਨ ਮਤ ਨੂੰ ਵੇਖੀਏ, ਉੱਥੇ ਕੁਛ ਧਾਰਾਵਾਂ ਜੋ ਪੁਰਾਤਨ ਉਹਨਾਂ ਦੀਆਂ ਰਵਾਇਤਾਂ ਨੇ, ਉੱਥੇ ਮੰਨਿਆ ਜਾਂਦਾ ਵੀ ਜਿਹੜਾ ਬ੍ਰਾਹਮਣ ਹੈ ਉਹ ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਇਆ, ਇਸ ਕਰਕੇ ਉਹ ਵੇਦ ਪੜ੍ਹੇਗਾ ਜਾਂ ਪੜ੍ਹਾਏਗਾ, ਉਹਦਾ ਕੰਮ ਹੈ। ਖੱਤਰੀ ਇਹ ਬ੍ਰਹਮਾ ਦੀਆਂ ਭੁਜਾਵਾਂ ਤੋਂ ਪੈਦਾ ਹੋਇਆ, ਇਸ ਕਰਕੇ ਉਹਦਾ ਕੰਮ ਸਿਰਫ ਮੈਦਾਨੇ ਜੰਗ ਵਿੱਚ ਜਾਣਾ ਹੈ ਤੇ ਉੱਥੇ ਜਾ ਕੇ ਰੱਖਿਆ ਸੁਰੱਖਿਆ ਦੇਣੀ ਹੈ। ਵੈਸੇ ਉਹ ਦੁਕਾਨਦਾਰੀ, ਨੌਕਰੀ ਚਾਕਰੀ ਕਰਦਾ ਹੈ। ਤੇ ਜਿਹਨੂੰ ਸ਼ੂਦਰ ਕਹਿੰਦੇ ਨੇ, ਉਹ ਕਹਿੰਦੇ ਨੇ ਵੀ ਇਹਦਾ ਕੰਮ ਹੈ ਵੀ ਬਾਕੀ ਸਾਰਿਆਂ ਦੀ ਸੇਵਾ ਕਰਨਾ। ਪਰ ਗੁਰੂ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੋ ਜਿਹੇ ਸਿੱਖ ਦੀ ਘਾੜਤ ਘੜੀ, ਉੱਥੇ ਹਰ ਸਿੱਖ ਪ੍ਰਚਾਰਕ ਹੈ। ਭਾਈ ਮਨਸੁਖ ਵਰਗੇ, ਭਾਈ ਜੋਧ ਵਰਗੇ, ਭਾਈ ਸ਼ੀਹਾਂ ਵਰਗੇ। ਜਦੋਂ ਆਪਾਂ ਪ੍ਰਚਾਰਕਾਂ ਦੀ ਅੱਜ ਦੀ ਗੱਲ ਕਰਦੇ ਹਾਂ ਤੇ ਇਹ ਗੱਲ ਮਹਿਸੂਸ ਹੁੰਦੀ ਹੈ ਜੇ ਅਸੀਂ ਪੁਰਾਤਨ ਸਿੱਖਾਂ ਦੇ ਜੀਵਨ ਵੱਲ ਵੇਖੀਏ, ਕਿਉਂਕਿ ਉਦੋਂ ਹਰ ਸਿੱਖ ਪ੍ਰਚਾਰਕ ਸੀਗਾ। ਅੱਜ ਸਾਡੇ ਵਿੱਚ ਇੱਕ ਕਮੀ ਜੋ ਮੈਨੂੰ ਮਹਿਸੂਸ ਹੋਈ, ਹੋ ਸਕਦਾ ਹੈ ਵੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਵੀ ਨਾ ਹੋਵੋ, ਜੋ ਮੈਨੂੰ ਅੱਜ ਇੱਕ ਕਮੀ ਮਹਿਸੂਸ ਹੋਈ ਕਿ ਅੱਜ ਧਰਮ ਦੀ ਦੁਨੀਆ ਦੇ ਵਿੱਚ ਕਾਰਜ ਤਾਂ ਬਹੁਤ ਕੀਤੇ ਜਾ ਰਹੇ ਨੇ। ਜੇ ਅੱਜ ਤੋਂ 100 ਸਾਲ ਪਹਿਲਾਂ ਜਾਂ 200 ਸਾਲ ਪਹਿਲਾਂ ਦੇ ਸਿੱਖਾਂ ਦੀ ਜੀਵਨ ਨੂੰ ਵੇਖੀਏ ਤੇ ਸਾਡੇ ਸਾਹਮਣੇ ਇਹ ਗੱਲ ਆਉਂਦੀ ਹੈ ਵੀ ਉਦੋਂ ਇੰਨੇ ਗੁਰਦੁਆਰੇ ਨਹੀਂ ਸੀ ਹੈਗੇ। ਅੱਜ ਅਸੀਂ ਹਰ ਮੁਹੱਲੇ, ਹਰ ਗਲੀ, ਈਵਨ ਆਪਾਂ ਇਹ ਦੇਖਦੇ ਹਾਂ ਵੀ ਇੱਕ ਇੱਕ ਪਿੰਡ ਵਿੱਚ 4-4 ਗੁਰਦੁਆਰੇ ਜਾਤਾਂ ਦੇ ਨਾਂ ਤੇ ਆਪਾਂ ਨੇ ਬਣਾ ਲਏ ਨੇ। ਹਰ ਗਲੀ, ਹਰ ਮੁਹੱਲੇ ਵਿੱਚ ਗੁਰਦੁਆਰਾ ਬਣ ਗਿਆ। ਹਰ ਗੁਰਦੁਆਰੇ ਵਿੱਚ ਕੀਰਤਨ ਦਰਬਾਰ ਵੀ ਹੁੰਦੇ ਨੇ। ਜੇ ਆਪਾਂ 100 ਸਾਲ ਪਹਿਲਾਂ ਵੇਖੀਏ, ਉਦੋਂ ਇੰਨੇ ਗੁਰਦੁਆਰੇ ਨਹੀਂ ਸਨ, ਨਾ ਹੀ ਇੰਨੇ ਕੀਰਤਨ ਦਰਬਾਰ ਸੀਗੇ, ਨਾ ਹੀ ਆਪਾਂ ਕਹਿ ਸਕਦੇ ਆ ਵੀ ਇੰਨੇ ਜ਼ਿਆਦਾ ਸਮਾਗਮ ਕੀਤੇ ਜਾਂਦੇ ਸੀ। ਪਰ ਇੱਕ ਗੱਲ ਜ਼ਰੂਰ ਸਾਡੇ ਸਾਹਮਣੇ ਆਉਂਦੀ ਹੈ ਜਦੋਂ ਵੀ ਆਪਾਂ ਸਿੱਖ ਇਤਿਹਾਸ ਪੜ੍ਹਾਂਗੇ ਵੀ ਸਿੱਖ ਬੜੀ ਚੜ੍ਹਦੀ ਕਲਾ 'ਚ ਸਨ। ਅੱਜ ਕੀਰਤਨ ਦਰਬਾਰ ਤਾਂ ਬਹੁਤ ਹੋ ਰਹੇ ਨੇ, ਆਪਾਂ ਗੁਰਦੁਆਰੇ ਵੀ ਪਿੰਡਾਂ ਵਿੱਚ 4-4 ਬਣਾ ਲਏ ਨੇ। ਪਰ ਇੱਕ ਚੀਜ਼ ਮੇਰੇ ਤੁਹਾਡੇ ਸਾਹਮਣੇ ਵਿਖਾਈ ਦਿੰਦੀ ਹੈ ਵੀ ਅੱਜ ਜਿਹੜਾ ਸਿੱਖੀ ਦਾ ਜਿਹੜਾ ਗਰਾਫ ਸੀ, ਜਾਂ ਜਿਹੜਾ ਸਾਡੇ ਅੰਦਰ ਸਿੱਖੀ ਪ੍ਰਤੀ ਜਿਹੜਾ ਪਿਆਰ ਸੀ, ਉਹ ਆਪਾਂ ਪਿੰਡਾਂ ਵਿੱਚ ਜਾ ਕੇ ਆਪਣੇ ਪਹਿਰਾਵੇ ਤੋਂ, ਕੇਸਾਂ ਦੇ, ਆਪਣੇ ਨੌਜਵਾਨਾਂ ਨੂੰ ਵੇਖ ਕੇ ਜਿਹੜੇ ਕੇਸ ਕਤਲ ਕਰ ਰਹੇ ਨੇ, ਨਸ਼ਾਖੋਰੀ ਨੂੰ ਵੇਖ ਕੇ ਸਾਡੇ ਮਨ ਵਿੱਚ ਕਿਤੇ ਨਾ ਕਿਤੇ ਖਿਆਲ ਆਉਂਦਾ ਹੈ ਵੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਅੱਜ ਇਹ ਪਤਿਤਪੁਣਾ ਕਿਉਂ ਹੈ, ਅੱਜ ਇਹ ਨਸ਼ਾਖੋਰੀ ਕਿਉਂ ਹੈ, ਅੱਜ ਸਾਡਾ ਜੀਵਨ ਇੰਨੀ ਗਿਰਾਵਟ ਵਾਲੇ ਪਾਸੇ ਨੂੰ ਕਿਉਂ ਆ ਗਿਆ। ਸਵੈ ਪੜਚੋਲ ਜੀ ਕਰਨ ਤੋਂ ਬਾਅਦ ਮਹਿਸੂਸ ਹੋਇਆ ਵੀ ਜਿਹੜੇ ਪੁਰਾਤਨ ਸਿੱਖ ਸਨ ਉਹ ਕਿਰਤੀ ਸਨ,
ਉਹ ਧਰਮ ਦਾ ਪ੍ਰਚਾਰਕ ਵੀ ਸਨ ਤੇ ਆਪਣੀ ਕਿਰਤ ਬਿਰਤ ਵੀ ਕਰਦੇ ਸਨ। ਭਾਈ ਸ਼ੀਹਾਂ ਵਰਗੇ, ਭਾਈ ਜੋਧ ਵਰਗੇ, ਭਾਈ ਮਨਸੁਖ ਵਰਗੇ, ਉਹ ਜੋ ਅਸੀਂ ਅੱਜ ਧਰਮ ਦੇ ਪ੍ਰਚਾਰ ਨੂੰ ਰੂਪਰੇਖਾ ਦੇ ਚੁੱਕੇ ਹਾਂ, ਉਹਨਾਂ ਨੇ ਨਹੀਂ ਸੀ ਦਿੱਤੀ। ਜੇ ਭਾਈ ਮਨਸੁਖ ਸ਼੍ਰੀਲੰਕਾ ਜਾਂਦਾ ਹੈ ਤੇ ਉਹਨੇ ਸਾਡੇ ਵਰਗੀ ਰੂਪਰੇਖਾ ਨਹੀਂ ਸੀ ਦਿੱਤੀ ਹੋਈ ਵੀ ਤੁਸੀਂ ਉੱਥੋਂ ਰਾਜੇ ਨੇ ਸੱਦਿਆ, ਉਹਨੂੰ ਆਖਿਆ ਵੀ ਇੰਨੇ ਪੈਸੇ ਦੇ ਤੇ ਮੈਂ ਤੇਰੇ ਕੋਲ ਤਾਂ ਆਵਾਂਗਾ, ਤਾਂ ਤੈਨੂੰ ਆਪਣੇ ਗੁਰੂ ਦੀ ਗੱਲ ਸੁਣਾਵਾਂਗਾ। ਨਹੀਂ, ਅੱਜ ਵੱਡੀ ਸਮੱਸਿਆ ਜਿਹੜਾ ਧਰਮ ਹੈ ਉਹ ਕਿਤੇ ਨਾ ਕਿਤੇ ਜਾ ਕੇ ਕਿਰਤ ਤੋਂ ਵਿਹੂਣਾ ਹੋ ਕੇ ਧੰਦਾ ਬਣ ਚੁੱਕਾ ਹੈ। ਦੂਸਰੀ, ਜਦੋਂ ਅਸੀਂ ਕਿਰਤ ਦੀ ਗੱਲ ਕਰਦੇ ਹਾਂ, ਹਰ ਸਿੱਖ ਵਾਸਤੇ ਜ਼ਰੂਰੀ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ ਵੀ ਜਿਹੜਾ ਮੇਰਾ ਸਿੱਖ ਹੈ ਉਹ ਕਿਰਤ ਕਰੇ, ਨਾਮ ਜਪੇ ਤੇ ਵੰਡ ਕੇ ਛਕੇ। ਜੀ, ਆਪਾਂ ਨਾਮ ਜਪਣ ਦੀ ਗੱਲ ਵੀ ਕਰ ਰਹੇ ਹਾਂ, ਸਟੇਜ ਉੱਤੇ ਵੰਡ ਕੇ ਛਕਣ ਦੀ ਵੀ ਗੱਲ ਕਰ ਰਹੇ ਹਾਂ, ਕਿਰਤ ਕਰਨ ਦੀ ਵੀ ਗੱਲ ਕਰ ਰਹੇ ਹਾਂ, ਪਰ ਕਈ ਵਾਰੀ ਸਾਹਮਣੇ ਬੈਠਾ ਹੋਇਆ ਇਹ ਪੁੱਛਦਾ ਵੀ ਬਾਬਾ ਜੀ ਤੁਹਾਡੀ ਕੀ ਕਿਰਤ ਹੈ? ਕੀ ਤੁਹਾਡੀ ਕਿਰਤ ਸਿਰਫ ਤੁਸੀਂ ਇਸ ਨੂੰ ਕਿਰਤ ਸਮਝ ਰਹੇ ਹੋ ਵੀ ਤੁਸੀਂ ਸਵੇਰੇ ਗੁਰਦੁਆਰੇ ਉੱਠ ਕੇ ਪਾਠ ਕਰ ਰਹੇ ਹੋ, ਤੁਸੀਂ ਅਰਦਾਸ ਕਰ ਰਹੇ ਹੋ, ਕੀ ਇਹ ਤੁਹਾਡੀ ਕਿਰਤ ਹੈ? ਜਦੋਂ ਇੱਥੇ ਪਹੁੰਚੀਦਾ ਤੇ ਫਿਰ ਇੰਜ ਮਹਿਸੂਸ ਹੁੰਦਾ ਅੱਜ ਜਿਹੜੀ ਸਾਡੀ ਪ੍ਰਚਾਰਕਾਂ ਦੀ ਇੱਕ ਮਜਬੂਰੀ ਬਣ ਚੁੱਕੀ ਹੈ ਉਹ ਇਹ ਹੈ ਵੀ ਜਿਹੜੀ ਸਾਡੀ ਕਿਰਤ ਨਹੀਂ ਜੀ, ਜਿਹੋ ਜੀ ਕਿਰਤ ਪ੍ਰਬੰਧਕ ਚਾਹੁੰਦੇ ਨੇ ਉਹੋ ਜੇ ਅਸੀਂ ਬਣ ਚੁੱਕੇ ਹਾਂ। ਪ੍ਰਬੰਧਕ ਜਿਹੜੇ ਨੇ ਉਹ ਚਾਹੁੰਦੇ ਨੇ ਵੀ ਜਿਹੜਾ ਸਾਡਾ ਪ੍ਰਚਾਰਕ ਜਿਹੜਾ ਸਾਡੇ ਗੁਰਦੁਆਰੇ ਵਿੱਚ ਕੰਮ ਕਰੇ, ਸੇਵਾ ਨਿਭਾਵੇ, ਉਹ ਸਾਡੇ ਮੁਤਾਬਕ ਕੰਮ ਕਰੇ, ਗੁਰਦੁਆਰੇ ਜੋਗਾ ਹੀ ਹੋ ਜਾਵੇ, ਗੁਰਦੁਆਰੇ ਜੋਗਾ ਹੋ ਜਾਵੇ, ਸਾਡੇ ਜੋਗਾ ਹੋ ਜਾਵੇ। ਜਿਵੇਂ ਦਾ ਅਸੀਂ ਆਖੀਏ ਉਵੇਂ ਦੀ ਸਟੇਜ ਉੱਤੇ ਬੈਠ ਕੇ ਗੱਲ ਕਰੇ, ਜਿਵੇਂ ਦਾ ਕੰਮ ਅਸੀਂ ਕਰਨ ਨੂੰ ਆਖੀਏ ਉਵੇਂ ਦਾ ਕੰਮ ਕਰੇ। ਉਹਦੀ ਗੱਲ ਦੇ ਵਿੱਚ ਸੱਚ ਕਿਹੋ ਜਿਹਾ ਹੋਵੇ ਜਿਹੋ ਜਿਹਾ ਪ੍ਰਬੰਧਕ ਚਾਹੁੰਦੇ ਨੇ। ਉਹਨਾਂ ਨੂੰ ਇਹ ਨਹੀਂ ਕਿ ਗੁਰੂ ਦਾ ਸਿਧਾਂਤ ਕੀ ਹੈ, ਗੁਰੂ ਦੀ ਬਾਣੀ ਦਾ ਉਪਦੇਸ਼ ਕੀ ਹੈ, ਸਾਨੂੰ ਵਿਰਾਸਤ ਦੇ ਵਿੱਚ ਕੀ ਕੁਝ ਮਿਲਿਆ ਹੈ, ਉਸ ਗੱਲ ਦੇ ਨਾਲ ਮਤਲਬ ਨਹੀਂ, ਕਿਉਂਕਿ ਪ੍ਰਚਾਰਕਾਂ ਦੀਆਂ ਮਜਬੂਰੀਆਂ ਨੇ ਜੀ। ਜਿਹੜਾ ਆਪਣੀ ਕਿਰਤ ਸਿਰਫ ਗੁਰਦੁਆਰੇ ਵਿੱਚ ਸੇਵਾ ਨਿਭਾਉਣ ਨੂੰ ਸਮਝਦਾ ਹੈ, ਉਹ ਕਿਉਂਕਿ ਉਹਨੂੰ ਤਨਖਾਹ ਉਸ ਪ੍ਰਬੰਧਕਾਂ ਦੇ ਰਾਹੀਂ ਮਿਲਣੀ ਹੈ, ਉਹਦੀ ਰੋਜੀ ਰੋਟੀ ਉਹਨਾਂ ਦੇ ਰਾਹੀਂ ਆਉਣੀ ਹੈ, ਇਸ ਕਰਕੇ ਜਿਵੇਂ ਦੇ ਪ੍ਰਬੰਧਕ ਚਾਹੁੰਦੇ ਨੇ ਉਹੋ ਜਿਹਾ ਪ੍ਰਚਾਰਕ ਹੋ ਜਾਂਦਾ ਹੈ। ਫਿਰ ਉਹ ਸੱਚ ਦੀ ਗੱਲ ਨਹੀਂ ਕਰ ਸਕਦਾ, ਸੱਚ ਦੀ ਆਵਾਜ਼ ਸੰਗਤ ਵਿੱਚ ਨਹੀਂ ਪਹੁੰਚਾ ਸਕਦਾ, ਉਹ ਸੱਚ ਬੋਲ ਨਹੀਂ ਸਕਦਾ। ਉਹ ਬੋਲੀ ਬੋਲੇਗਾ ਜਿਹੜੀ ਬੋਲੀ ਅੱਗੇ ਬੈਠੇ ਪ੍ਰਬੰਧਕ ਬੁਲਾਉਣਾ ਚਾਹੁੰਦੇ ਨੇ। ਪਰ ਜਦੋਂ ਬੰਦੇ ਦੀ ਕਿਰਤ ਸੁਤੰਤਰ ਹੋਵੇਗੀ, ਜਦੋਂ ਉਹ ਪਰਿਵਾਰਕ ਤੌਰ ਦੇ ਉੱਤੇ, ਜਾਂ ਮੈਂ ਸ਼ਬਦ ਵਰਤਾਂ ਕਿ ਆਰਥਿਕ ਤੌਰ ਦੇ ਉੱਤੇ, ਜਦੋਂ ਉਹਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਜੀ, ਜਦੋਂ ਅਸੀਂ ਉਹਦੀ ਆਰਥਿਕ ਸਥਿਤੀ ਨੂੰ ਵੇਖਾਂਗੇ, ਉਹਨੂੰ ਫਾਈਨੈਂਸ਼ੀਅਲੀ ਤੌਰ ਉੱਤੇ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਉਹ ਫਿਰ ਸੱਚ ਦੀ ਗੱਲ ਠੋਕ ਵਜਾ ਕੇ ਕਰ ਸਕਦਾ ਹੈ, ਸੱਚ ਦੀ ਗੱਲ ਜੁਰਤ ਦੇ ਨਾਲ ਕਰ ਸਕਦਾ ਹੈ, ਬਿਨਾਂ ਕਿਸੇ ਦੇ ਪ੍ਰੈਸ਼ਰ ਦੇ, ਬਿਨਾਂ ਕਿਸੇ ਦੇ ਭੈ ਤੋਂ। ਇਸ ਕਰਕੇ ਮੇਰੇ ਮਨ ਵਿੱਚ ਵੀ ਇਹ ਵਿਚਾਰ ਆਇਆ ਵੀ ਆਪਾਂ ਪ੍ਰਚਾਰ ਤੇ ਕਰ ਹੀ ਰਹੇ ਹਾਂ ਲਗਭਗ 2004 ਤੋਂ ਲੈ ਕੇ ਅੱਜ 2019 ਤੱਕ 15 ਸਾਲ ਆਪਾਂ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਜਾਂ ਇਸ ਲਾਈਨ ਦੇ ਵਿੱਚ ਆਪਾਂ ਬਤੀਤ ਕੀਤੇ ਨੇ। ਪਰ 15 ਸਾਲਾਂ ਦੇ ਵਿੱਚ ਜੋ ਕੁਝ ਮਹਿਸੂਸ ਹੋਇਆ ਉਹ ਇਹੀ ਹੋਇਆ ਕਿ ਸਭ ਤੋਂ ਪਹਿਲਾਂ ਪ੍ਰਚਾਰਕ ਨੂੰ ਕਿਰਤੀ ਹੋਣਾ ਜ਼ਰੂਰੀ ਹੈ। ਉਹ ਆਰਥਿਕ ਪੱਖ ਤੋਂ ਮਜ਼ਬੂਤ ਹੋਵੇ, ਉਹਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਉਹਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਮਜ਼ਬੂਤ ਹੋਵੇ, ਤੇ ਉਹ ਚੰਗੇ ਤਰੀਕੇ ਦੇ ਨਾਲ ਬਿਨਾਂ ਕਿਸੇ ਭੈ ਤੋਂ ਸੰਗਤ ਦੇ ਵਿੱਚ ਗੁਰੂ ਦੀ ਗੱਲ ਚੰਗੇ ਤਰੀਕੇ ਦੇ ਨਾਲ ਸੱਚ ਨੂੰ ਪੇਸ਼ ਕਰ ਸਕੇ। ਜੀ, ਵੀ ਸਭ ਤੋਂ ਤੁਹਾਡੇ ਕਹਿਣ ਤੋਂ ਭਾਵ ਕਿ ਪ੍ਰਚਾਰਕ ਕਿਰਤੀ ਹੋਵੇ। ਜਦੋਂ ਸੁਤੰਤਰ ਕਿਰਤ ਹੈ ਤੇ ਉਦੋਂ ਉਹ ਦਬੇਗਾ ਨਹੀਂ। ਬਿਲਕੁਲ ਜੀ। ਦਰਸ਼ਕੋ, ਇੱਥੇ ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਇੱਕ ਸਾਂਝ ਪਾ ਦਿਆਂ। ਕਈ ਵਾਰੀ ਜਦੋਂ ਸਾਡੀ ਕਿਰਤ ਸੁਤੰਤਰ ਨਹੀਂ ਹੁੰਦੀ ਤੇ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਅਸੀਂ ਆਪਣੀਆਂ ਸੇਵਾਵਾਂ ਦੇ ਰਹੇ ਹੁੰਦੇ ਹਾਂ, ਉਦੋਂ ਪ੍ਰਬੰਧਕਾਂ ਨੂੰ ਵੀ ਸਾਡੀ ਕਮਜ਼ੋਰੀ ਦਾ ਪਤਾ ਲੱਗ ਜਾਂਦਾ ਹੈ। ਬਹੁਤਾਤ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕਿਰਤ ਸੁਤੰਤਰ ਨਹੀਂ ਹੈ ਜੀ, ਇਹਦੇ ਬੱਚੇ ਪੜ੍ਹਦੇ ਨੇ, ਇੱਥੋਂ ਪੜ੍ਹਦੇ ਨੇ, ਇਹਦਾ ਘਰ ਚੱਲਦਾ ਪਿਆ, ਇੱਥੋਂ ਚੱਲਦਾ ਪਿਆ। ਇਸ ਕਰਕੇ ਮੈਂ ਸਾਰੇ ਪ੍ਰਬੰਧਕਾਂ ਤੇ ਉਂਗਲ ਨਹੀਂ ਚੁੱਕਦਾ। ਗੱਲ ਬੜੀ ਸਮਝਣ ਵਾਲੀ ਹੈ। ਕਈ ਬੜੇ ਗੁਰੂ ਦੇ ਭੈ ਦੇ ਵਿੱਚ ਰਹਿਣ ਵਾਲੇ ਨੇ, ਪਰ ਕਈ ਲੋਕ ਫਿਰ ਉਹਦੀ ਮਜਬੂਰੀ ਦਾ ਲਾਹਾ ਲੈਂਦੇ ਨੇ ਜੀ। ਜੇ ਪ੍ਰਚਾਰਕ ਨੇ ਗੱਲ ਠੋਕ ਵਜਾ ਕੇ ਕਹਿ ਦਿੱਤੀ ਗੁਰਮਤਿ ਸਿਧਾਂਤਾਂ ਦੀ ਗੱਲ, ਤੇ ਨਾਲ ਹੀ ਕਹਿ ਦਿੱਤਾ ਜਾਂਦਾ ਬਾਬਾ ਜੀ
ਕਿਰਪਾ ਕਰਕੇ ਸਾਡੇ ਕੋਲ ਇੱਕ ਸਿੰਘ ਲਾਈਨ ਦੇ ਵਿੱਚ ਹੈ ਤੇ ਤੁਸੀਂ ਆਪਣਾ ਬੋਰੀ ਬਿਸਤਰਾ ਗੋਲ ਕਰ ਲਵੋ। ਹੁਣ ਬੜੀ ਹੈਰਾਨਗੀ ਦੀ ਗੱਲ ਹੈ। ਫਿਰ ਉਹ ਕਹਿੰਦਾ ਨਹੀਂ ਜੀ ਬੋਰੀ ਬਿਸਤਰਾ ਨਾ ਗੋਲ ਕਰਵਾਓ, ਜਿਹੜੀ ਗੱਲ ਹੈ ਮੈਂ ਇਹ ਥੋੜੀ ਜੀ ਗੋਲ ਕਰ ਜਿਆ ਕਰਾਂਗਾ। ਗੱਲ ਨੂੰ ਬੜਾ ਸਮਝਿਆ ਜੀ ਮੈਂ ਕਹਿਣਾ ਕੀ ਚਾਹੁੰਦਾ। ਫਿਰ ਉਹ ਗੱਲਾਂ ਗੋਲ-ਮੋਲ ਜੀਆਂ ਹੁੰਦੀਆਂ ਨੇ। ਗੋਲ-ਮੋਲ ਕਿਵੇਂ? ਥੋੜਾ ਜਿਹਾ ਉਹ ਅੱਗੇ ਵੱਧ ਗਏ ਤੇ ਥੋੜਾ ਜਿਹਾ ਇਹ ਟਲ ਗਿਆ ਤੇ ਨਜ਼ਦੀਕੀਆਂ ਬਣ ਜਾਂਦੀਆਂ ਨੇ। ਫਿਰ ਉਹਨੂੰ ਕਿਹਾ ਜਾਂਦਾ ਕਿ ਤਾਲਮੇਲ ਬੈਠ ਗਿਆ। ਪਰ ਉਹ ਤਾਲਮੇਲ ਨਿੱਜੀ ਵਿਚਾਰਾਂ ਦਾ ਬੈਠਿਆ, ਤਾਲਮੇਲ ਗੁਰਮਤ ਸਿਧਾਂਤਾਂ ਦਾ ਨਹੀਂ ਬੈਠਿਆ। ਜੇ ਗੁਰਮਤ ਸਿਧਾਂਤਾਂ ਦਾ ਤਾਲਮੇਲ ਬਿਠਾਉਣਾ ਹੈ ਤੇ ਫਿਰ ਜਿਹੜਾ ਪ੍ਰਬੰਧਕ ਹੈ ਉਹ ਵੀ ਕਹੇ ਵੀ ਨਾ ਭਾਈ, ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ, ਸਾਨੂੰ ਗੁਰਦੁਆਰੇ ਵਿੱਚ ਗੁਰਮਤ ਚਾਹੀਦੀ ਹੈ। ਤੇ ਜਿਹੜਾ ਅਗਲੇ ਪਾਸੇ ਹੋਵੇਗਾ ਜਿਹਦੀ ਕਿਰਤ ਸੁਤੰਤਰ ਹੋਵੇਗੀ, ਉਹ ਕਹਿੰਦਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਮੈਂ ਗੁਰੂ ਦੇ ਸਿਧਾਂਤ ਦੀ ਗੱਲ ਹਿੱਕ ਠੋਕ ਕੇ ਕਰਾਂਗਾ, ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਕਿਉਂ? ਤੁਸੀਂ ਮੈਨੂੰ ਕੱਢ ਦਿਓਗੇ, ਮੈਨੂੰ ਕੋਈ ਚਿੰਤਾ ਨਹੀਂ, ਦਾਤੇ ਨੇ ਮੈਨੂੰ ਕਿਰਤ ਬਖਸ਼ੀ, ਮੈਂ ਆਪਣੀ ਕਿਰਤ ਜਾ ਕੇ ਬੈਠਾਂਗਾ। ਇਹ ਤਾਂ ਮੈਂ ਆਪਣੇ ਆਨੰਦ ਦੇ ਲਈ ਆਇਆ ਸਾਂ। ਬਿਲਕੁਲ ਜੀ, ਇਹ ਮੈਂ ਆਪਣੇ ਸ਼ੌਂਕ ਦੇ ਲਈ ਆਇਆ ਸਾਂ। ਪਰ ਬੜਾ ਹੈਰਾਨ ਹੋ ਜਾਣਾ ਮੈਂ, ਕਿਰਤ ਸੁਤੰਤਰ ਨਾ ਹੋਣ ਕਰਕੇ ਸਾਨੂੰ ਕਈ ਵਾਰੀ ਕਿਸੇ ਨਾ ਕਿਸੇ ਦੀ ਲੱਤ ਦੇ ਹੇਠੋਂ ਦੀ ਲੰਘਣਾ ਪੈ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਨੇ ਸਭ ਤੋਂ ਪਹਿਲੀ ਗੱਲ ਕਹੀ ਸੀ। ਗੁਰੂ ਨਾਨਕ ਕਹਿੰਦੇ ਕਿ ਮੇਰਾ ਸਿੱਖ ਕਿਰਤੀ ਹੋਵੇ, ਕਿਰਤ ਕਰੋ। ਦੂਜੀ ਗੱਲ ਮੇਰੇ ਬਾਬੇ ਨੇ ਕਹੀ ਸੀ ਨਾਮ ਜਪੋ। ਤੀਜੀ ਗੱਲ ਕਹੀ ਸੀ ਵੰਡ ਛਕੋ। ਲਵ ਐਂਡ ਚੈਰਿਟੀ ਦਾ ਨਿਯਮ ਗੁਰੂ ਨਾਨਕ ਨੇ ਪੂਰੀ ਮਾਨਵਤਾ ਦੇ ਵਿੱਚ ਦੇ ਦਿੱਤਾ। ਹੁਣ ਇੱਕ ਸਵਾਲ ਤੁਹਾਡੇ ਮਨ ਦੇ ਵਿੱਚ ਆਵੇਗਾ ਕਿ ਜਿਹੜੇ ਗੁਰੂ ਨਾਨਕ ਦੁਨੀਆ ਨੂੰ ਕਹਿੰਦੇ ਨੇ ਕਿਰਤ ਕਰੋ, ਜਾਂ ਜਿਹੜੇ ਪ੍ਰਚਾਰਕ ਅੱਜ ਸਟੂਡੀਓ ਵਿੱਚ ਬੈਠੇ ਨੇ ਕਿਰਤ ਦੀ ਗੱਲ ਕਰਦੇ ਨੇ, ਘੱਟੋ ਘੱਟ ਸਾਨੂੰ ਥੋੜਾ ਪਿਛੋਕੜ ਵਿੱਚ ਜਾਣਾ ਚਾਹੀਦਾ। ਮੈਂ ਕਹਿੰਦਾ ਬਿਲਕੁਲ ਪਿਛੋਕੜ ਦੇ ਵਿੱਚ ਜਾਣਾ ਚਾਹੀਦਾ ਹੈ। ਦਰਸ਼ਕੋ, ਗੱਲ ਬੜੀ ਸਮਝਣ ਵਾਲੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮਾਲ ਚਾਰਨ ਦੀ ਗੱਲ ਆਉਂਦੀ ਹੈ, ਕਿਉਂਕਿ ਉਸ ਸਮੇਂ ਐਗਰੀਕਲਚਰ ਦਾ ਕੰਮ ਜ਼ਿਆਦਾ ਹੁੰਦਾ ਸੀ। ਗੁਰੂ ਨਾਨਕ ਦਾ ਖੇਤਾਂ ਵਿੱਚ ਕੰਮ ਕਰਨ ਦੀ ਗੱਲ ਆਉਂਦੀ ਹੈ, ਜਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੰਤਲਾ ਸਮਾਂ ਕਰਤਾਰਪੁਰ ਦੀ ਧਰਤੀ ਤੇ ਨੱਕੇ ਮੋੜਦੇ ਤੇ ਮੋਢੇ ਤੇ ਕਹੀ ਰੱਖ ਕੇ ਖੇਤਾਂ ਦੇ ਵਿੱਚ ਗੇੜਾ ਮਾਰਦੇ ਤੇ ਗੁਰੂ ਨਾਨਕ ਆਪਣੇ 4 ਚਫੇਰੇ ਫਸਲਾਂ ਵੱਲ ਝਾਤ ਪਾਉਂਦੇ ਨੇ। ਇਹ ਚੀਜ਼ ਦੱਸਦੀ ਹੈ ਵੀ ਜਿਹੜੇ ਗੁਰੂ ਨਾਨਕ ਨੇ ਕਿਹਾ ਸੀ ਨਾ ਕਿਰਤ ਕਰੋ, ਉਹ ਜ਼ੁਬਾਨ ਤੋਂ ਨਹੀਂ ਸੀ ਕਿਹਾ, ਉਹ ਗੁਰੂ ਨਾਨਕ ਨੇ ਪ੍ਰੈਕਟੀਕਲ ਆਪਣੇ ਨਿੱਜੀ ਜੀਵਨ ਦੇ ਵਿੱਚੋਂ ਕੱਢ ਕੇ ਤੁਹਾਨੂੰ ਪਰੋਸਿਆ ਸੀ। ਹੁਣ ਸਭ ਤੋਂ ਪਹਿਲੀ ਗੱਲ, ਗੁਰੂ ਨਾਨਕ ਮਾਲ ਵੀ ਚਾਰਦੇ ਨੇ, ਗੁਰੂ ਨਾਨਕ ਖੇਤੀਬਾੜੀ ਵੀ ਕਰਦੇ ਨੇ। ਜਦੋਂ ਗੁਰੂ ਨਾਨਕ ਆਪਣੀ ਭੈਣ ਦੇ ਕੋਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਜਾਂਦੇ ਨੇ ਤੇ ਦਰਸ਼ਕੋ ਗੱਲ ਬੜੀ ਸਮਝਣ ਵਾਲੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੀ ਭੈਣ ਨੂੰ ਕਹਿੰਦੇ ਨੇ, ਭੈਣ ਮੈਂ ਤੇਰੇ ਸੱਦੇ ਤੇ ਤੇਰੇ ਨਿਉਤੇ ਤੇ ਆ ਜ਼ਰੂਰ ਗਿਆ ਹਾਂ, ਪਰ ਭੈਣ ਮੈਂ ਦੁਨੀਆ ਨੂੰ ਕਹਿਣਾ ਮੈਂ ਕਿਰਤ ਕਰੋ, ਇਸ ਕਰਕੇ ਮੇਰੀ ਕਿਰਤ ਸੁਤੰਤਰ ਹੋਵੇ। ਤੇ ਬੇਬੇ ਨਾਨਕੀ ਭਾਈਆ ਜੈ ਰਾਮ ਜੀ ਜਿਹੜੇ ਉਹਨਾਂ ਦੇ ਪਤੀ ਸਨ, ਉਹਨਾਂ ਨੂੰ ਕਹਿੰਦੇ ਆ ਉੱਚ ਅਧਿਕਾਰੀ ਹੋਣ ਕਰਕੇ ਉਹ ਸਿੱਧੇ ਨਵਾਬ ਦੌਲਤ ਖਾਨ ਲੋਧੀ ਦੇ ਕੋਲ ਕਹਿ ਦਿੰਦੇ ਨੇ ਕਿ ਤੁਹਾਨੂੰ ਬੰਦਾ ਇਮਾਨਦਾਰ ਚਾਹੀਦਾ ਹੈ, ਤੁਹਾਨੂੰ ਬੰਦਾ ਲਿਆਕਤ ਵਾਲਾ ਚਾਹੀਦਾ ਹੈ। ਤੇ ਨਾਨਕ ਮੇਰੇ ਕੋਲ ਆਇਆ ਹੋਇਆ, ਰਿਸ਼ਤੇਦਾਰੀ ਹੈ ਮੇਰੀ ਉਹਦੇ ਨਾਲ, ਪਰ ਮੈਂ ਇੱਕ ਗੱਲ ਦੀ ਗਰੰਟੀ ਲੈਣਾ ਮੈਂ ਕਿ ਨਾਨਕ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਬੜਾ ਹੈ। ਹੁਣ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਗੁਰਦੁਆਰਾ ਹੱਟ ਸਾਹਿਬ, ਜਿਹਨੂੰ ਆਪਾਂ ਦੁਨੀਆ ਦੇ ਵਿੱਚ ਇਹ ਗੱਲ ਆਮ ਕਰਕੇ ਕਹਿ ਦਿੰਦੇ ਹਾਂ ਵੀ ਗੁਰੂ ਨਾਨਕ ਨੇ 13 ਕਰਕੇ ਤੋਲਿਆ। ਹੁਣ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਿਹੜੇ ਗੁਰੂ ਨਾਨਕ ਨੇ ਕਿਹਾ ਸੀ ਨਾ ਕਿਰਤ ਕਰੋ, ਉਹ ਗੁਰੂ ਨਾਨਕ ਆਪ ਕਿਰਤੀ ਹੈ। ਗੁਰੂ ਨਾਨਕ ਨੇ ਮਾਲ ਵਿਚਾਰਿਆ, ਗੁਰੂ ਨਾਨਕ ਨੇ ਵਪਾਰ ਵੀ ਕੀਤਾ, ਗੁਰੂ ਨਾਨਕ ਨੇ ਦੁਕਾਨ ਵੀ ਕੀਤੀ ਤੇ ਗੁਰੂ ਨਾਨਕ ਨੇ ਦੁਨੀਆ ਨੂੰ ਦੱਸਿਆ ਕਿ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਸੱਚ ਦਾ ਹੋਕਾ ਦੇਣਾ, ਸੱਚ ਦੇ ਰੂਬਰੂ ਲੋਕਾਂ ਨੂੰ ਕਰ ਦੇਣਾ, ਸੱਚ ਤੋਂ ਜਾਣੂ ਕਰਵਾ ਦੇਣਾ। ਤੇ ਗੁਰੂ ਨਾਨਕ ਨੇ ਜਿਹੜੀ ਗੱਲ ਕਹੀ ਸੀ ਕਿਰਤ ਕਰੋ, ਉਹ ਗੁਰੂ ਨਾਨਕ ਨੇ ਜ਼ੁਬਾਨ ਤੋਂ ਨਹੀਂ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚੋਂ ਕੱਢੀ ਸੀ। ਜੇ ਦੂਜੀ ਗੱਲ ਕਰੀਏ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਨੂੰ ਮਿਲਣ ਦੇ ਲਈ ਆਉਂਦੇ ਨੇ, ਸਾਖੀ ਬੜੀ ਪ੍ਰਚਲਿਤ ਹੈ। ਮੈਂ ਕਹਿੰਦਾ ਸਾਖੀ ਦੇ ਵਿੱਚੋਂ ਇੱਕ ਸਾਖੀ ਹੋਰ ਕੱਢ ਲਿਆ ਕਰੀਏ ਆਪਾਂ ਜੀ। ਉਸ ਵੇਲੇ ਗੁਰੂ ਨਾਨਕ ਕੀ ਕਰਦੇ ਸੀ? ਗੁਰੂ ਨਾਨਕ ਖੇਤਾਂ ਵਿੱਚ ਕੰਮ ਕਰਦੇ ਸਨ। ਇਸੇ ਕਰਕੇ ਭਾਈ ਲਹਿਣਾ ਜੀ ਕੋਲੋਂ ਪਛਾਣਿਆ ਨਹੀਂ ਗਿਆ, ਕਿਉਂਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦਾ ਨਾਮ ਸੁਣਿਆ ਸੀ, ਗੁਰੂ ਨਾਨਕ ਨੂੰ ਬਾਈ ਫੇਸ ਨਹੀਂ ਸੀ ਵੇਖਿਆ ਜੀ। ਤੇ ਉਹਨਾਂ ਨੇ ਸੋਚਿਆ ਹੋਣਾ ਵੀ ਬਾਕੀ ਜਿਵੇਂ ਕਿਸੇ ਦਾ ਨਾਮ ਹੁੰਦਾ ਧਰਮ ਦੀ ਦੁਨੀਆ ਦੇ ਵਿੱਚ ਵੀ ਜਿਹੜੇ ਗੁਰੂ ਨਾਨਕ ਨੇ ਉਹ ਲੰਮੇ ਪਏ ਹੋਣਗੇ, ਚਿੱਟੇ ਰੰਗ ਦੀਆਂ ਚਾਦਰਾਂ ਵਿਛੀਆਂ ਹੋਣਗੀਆਂ, ਇੱਕ ਸਿਰ ਦੇ ਵਿੱਚ ਬਦਾਮ ਰੋਗਨ ਝੱਸਦਾ ਹੋਵੇਗਾ, ਇੱਕ ਪੈਰਾਂ ਵਿੱਚ ਕੱਦੂ ਮਲਦਾ ਹੋਵੇਗਾ, 4 ਲੱਤਾਂ ਘੁੱਟਦੇ ਹੋਣਗੇ। ਖੇਤਾਂ ਵਿੱਚ ਕੰਮ ਕਰਨ ਵਾਲਾ ਗੁਰੂ ਨਾਨਕ ਥੋੜਾ ਹੋ ਸਕਦਾ ਸ਼ਾਇਦ ਭੁਲੇਖਾ ਵੀ ਪਿਆ ਹੋਵੇ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਐਸਾ ਹੋ ਰਿਹਾ ਹੈ। ਅਸੀਂ ਗੁਰੂ ਨਾਨਕ ਦੀ ਗੱਲ ਤੇ ਸਾਰੇ ਕਰਦੇ ਹਾਂ, ਪਰ ਗੁਰੂ ਨਾਨਕ ਦੇ ਸਿਧਾਂਤ ਨੂੰ ਮੂਲੋਂ ਰੱਦ ਵੀ ਕਰੀ ਜਾਂਦੇ ਹਾਂ। ਜੇ ਸਾਨੂੰ ਕੋਈ ਪੁੱਛਣ ਲੱਗ ਪਏ ਤੁਹਾਡੀ ਕਿਰਤ ਕੀ ਹੈ, ਜਵਾਬ ਨਹੀਂ ਕਈ ਵਾਰੀ ਆਉਂਦਾ। ਮੈਂ ਕਹਿੰਦਾ ਸਭ ਤੋਂ ਪਹਿਲਾਂ ਸਿੱਖ ਨੂੰ ਕਿਰਤੀ ਹੋਣਾ ਚਾਹੀਦਾ ਹੈ। ਤੇ ਜੇ ਅੱਜ ਅਸੀਂ ਚੈਨਲ ਦੇ ਵਿੱਚ ਬੈਠ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ ਕਿਤੇ ਨਾ ਕਿਤੇ ਸਾਡੀ ਕਿਰਤ ਵੀ ਹੈ ਜੀ। ਜੇ ਵੀਰ ਜੀ ਦੀ ਗੱਲ ਕਰੀਏ ਤੇ ਮੈਂ ਕਈ ਵਾਰੀ ਦੇਖਦਾ ਹੁੰਦਾ ਸਾਂ ਜਦੋਂ ਇਹਨਾਂ ਨੇ ਆਉਂਦੇ ਜਾਂਦੇ ਰਾਗੀ ਜਥਿਆਂ ਨੂੰ ਕਹਿਣਾ ਕਿ ਤੁਸੀਂ ਆਇਆ ਕਰੋ ਰਾਜਪੁਰਾ ਮੇਰੇ ਕੋਲ ਝੱਟ ਬੈਠਿਆ ਕਰੋ, ਸਾਡੀ ਉੱਥੇ ਕਿਰਤ ਹੈ। ਤੇ ਮੈਂ ਇੱਕ ਦਿਨ ਇਹਨਾਂ ਤੇ ਸਵਾਲ ਕੀਤਾ, ਮੈਂ ਕਿਹਾ ਭਾਈ ਸਾਹਿਬ ਤੁਸੀਂ ਪ੍ਰਚਾਰਕ ਨਾਲ ਇਹ ਕਿਰਤ
ਤੇ ਇਹਨਾਂ ਦਾ ਜਵਾਬ ਬੜਾ ਪਿਆਰਾ ਸੀ। ਕਹਿੰਦੇ ਗੁਰੂ ਨਾਨਕ ਨੇ ਕਿਰਤੀ ਬਣਾਇਆ ਸੀ ਤੇ ਗੁਰੂ ਨਾਨਕ ਦੇ ਘਰ ਦਾ ਜਿਹੜਾ ਪ੍ਰਚਾਰਕ ਹੈ ਉਹ ਵੀ ਕਿਰਤੀ ਹੋਣਾ ਚਾਹੀਦਾ ਹੈ। ਜਰੂਰ ਵੀਰ ਜੀ ਦੇ ਕੋਲ ਹੋਰ ਵੀ ਸਵਾਲਾਂ ਦੇ ਜਵਾਬ ਲਵਾਂਗੇ, ਪਰ ਦਰਸ਼ਕੋ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਤੁਹਾਡੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਅੱਜ ਕੁਝ ਕੌੜੇ ਸੱਚ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਗਿਆਨੀ ਗੁਰਦਿੱਤ ਸਿੰਘ, ਜੋ ਉੱਘੇ ਪ੍ਰਚਾਰਕ ਵੀ ਨੇ, ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਵੀ ਨੇ, ਪਰ ਨਾਲ ਆਪਣੀ ਕਿਰਤ ਲੈ ਕੇ ਚੱਲਦੇ ਨੇ। ਤੇ ਆਓ ਇਹਨਾਂ ਦੇ ਕੋਲੋਂ ਕਿਰਤ ਦੇ ਬਾਬਤ ਹੋਰ ਵੀ ਕੋਈ ਜਾਣਕਾਰੀ ਲਈਏ। ਵੀਰ ਜੀ, ਜਦੋਂ ਤੁਸੀਂ ਇਹ ਕਾਰਜ ਦੀ ਆਰੰਭਤਾ ਕੀਤੀ, ਕੁਝ ਲੋਕਾਂ ਨੇ ਤੁਹਾਡੇ ਤੇ ਇੱਕ ਸਵਾਲ ਜਿਹਾ ਤੇ ਕੀਤਾ ਹੋਣਾ, ਕਈਆਂ ਨੇ ਕਿਹਾ ਹੋਣਾ ਵੀ ਇਹਦਾ ਪ੍ਰਚਾਰਕਾਂ ਦਾ ਕੰਮ ਨਹੀਂ ਚੱਲਿਆ ਹੋਣਾ, ਇਹਦੇ ਪ੍ਰੋਗਰਾਮ ਬੰਦ ਹੋ ਗਏ ਹੋਣੇ ਨੇ, ਇਸ ਕਰਕੇ ਦੁਕਾਨ ਪਾ ਕੇ ਬਹਿ ਗਿਆ। ਕੋਈ ਕਹਿੰਦਾ ਹੋਣਾ ਪ੍ਰਬੰਧਕਾਂ ਨਾਲ ਬਣੀ ਨਹੀਂ ਹੋਣੀ, ਕੋਈ ਕਹਿੰਦਾ ਲੋਟ ਨਹੀਂ ਆਇਆ, ਹਨਾ? ਇਹ ਗੱਲਾਂ ਤੁਹਾਨੂੰ ਸੁਣਨੀਆਂ ਪਈਆਂ ਜੀ? ਬਿਲਕੁਲ ਵੀਰ ਜੀ, ਸੁਣਨੀਆਂ ਪਈਆਂ। ਉਸ ਵਕਤ ਨਹੀਂ, ਹੁਣ ਵੀ ਕਈ ਵਾਰੀ ਸੁਣਨੀਆਂ ਪੈਂਦੀਆਂ ਨੇ ਵੀ ਕਿੱਥੇ ਕੰਮ ਕਰਦਾ ਸੀਗਾ, ਪ੍ਰਚਾਰਕ ਸੀਗਾ, ਤੇ ਹੁਣ ਦੇਖੋ ਜੀ ਗੱਡੀਆਂ ਦੀ ਸੇਲ ਪਰਚੇਜ ਦੀ ਲਾਈਨ ਵਿੱਚ ਚਲੇ ਗਿਆ। ਕਈ ਆ ਕੇ ਸਵਾਲ ਦੋਸਤ ਮਿੱਤਰ ਵੀ ਕਰਦੇ ਨੇ ਵੀ ਭਾਈ ਸਾਹਿਬ ਤੁਹਾਨੂੰ ਆਹ ਵਧੀਆ ਲੱਗਦਾ, ਕੋ ਵਧੀਆ ਲੱਗਦਾ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਹੁੰਨਾ ਵੀ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਰੱਖਿਆ ਸੀਗਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕੋਹ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਉਹ ਤਾਂ ਦਾਤ ਹੀ ਐਸੀ ਹੈ ਜਿਹੜੀ ਪੁਰਬਲੇ ਚੰਗੇ ਕਰਮਾਂ ਕਰਕੇ ਮਿਲੀ ਹੈ। ਪਰ ਆ ਜਿਹੜੀ ਕਿਰਤ ਹੈ ਇਹ ਮੇਰੇ ਕਹਿ ਲਓ ਜ਼ਮੀਰ ਨੂੰ, ਮਨ ਨੂੰ ਸੁਤੰਤਰ ਕਰਦੀ ਹੈ ਵੀ ਮੈਂ ਕਿਸੇ ਦੇ ਅਧੀਨ ਨਹੀਂ ਹੈਗਾ, ਮੇਰੀ ਕਿਰਤ ਕਿਸੇ ਦੇ ਅਧੀਨ ਨਹੀਂ। ਜਿਵੇਂ ਆਪਾਂ ਆਮ ਗੁਰੂ ਘਰਾਂ ਦੇ ਵਿੱਚ ਵੇਖਦੇ ਆ, ਸਾਡੇ ਆਲੇ ਦੁਆਲੇ ਜੋ ਸਾਨੂੰ ਮਾਹੌਲ ਵਿਖਾਈ ਦਿੰਦਾ, ਜਿਹੜੇ ਪ੍ਰਚਾਰਕ ਨੇ, ਗੁਰਦੁਆਰਾ ਸਾਹਿਬਾਨ ਦੇ ਵਿੱਚ ਗ੍ਰੰਥੀ ਸਿੰਘ ਨੇ, ਉਹਨਾਂ ਦੀ ਕਿਹੋ ਜੀ ਹਾਲਤ ਜਾਂ ਫਾਈਨੈਂਸ਼ਲੀ ਤੌਰ ਤੇ ਉਹਨਾਂ ਨੂੰ ਕਿਵੇਂ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਨੂੰ 2-2 ਹਜ਼ਾਰ 3-3 ਹਜ਼ਾਰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਮਖੂ ਜੀ ਆਪਾਂ ਸੋਚੀਏ ਤੇ 2-3 ਹਜ਼ਾਰ ਦਾ ਤਾਂ ਘਰ ਵਿੱਚ ਦੁੱਧ ਆ ਜਾਂਦਾ, ਬੜੇ ਆਰਾਮ ਨਾਲ ਆ ਜਾਂਦਾ। ਜੇ ਚੰਗੇ ਪਰਿਵਾਰ, ਪਿੱਛੇ ਮੇਰੇ ਇੱਕ ਮਿੱਤਰ ਸੀਗੇ ਤੇ ਉਹ ਕਿਤੇ ਗਏ ਸੀਗੇ ਇੰਟਰਵਿਊ ਦੇਣ ਵਾਸਤੇ, ਕਿਸੇ ਨੇ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਤੇ ਉਹਨਾਂ ਨੇ ਫੋਨ ਕੀਤਾ ਤੇ ਗੱਲ ਹੋਈ। ਪ੍ਰਧਾਨ ਸਾਹਿਬ ਕਹਿੰਦੇ ਤੁਸੀਂ ਕੀ ਐਕਸੈਪਟ ਕਰਦੇ ਹੋ, ਤੁਹਾਨੂੰ ਕਿੰਨੀ ਕੁ ਤਨਖਾਹ ਦਿੱਤੀ ਜਾਵੇ? ਉਹ ਕਹਿੰਦੇ ਜੀ ਪ੍ਰਧਾਨ ਸਾਹਿਬ ਗੱਲ ਇਹ ਹੈ ਵੀ ਬਸ ਉਨੀ ਕੁ ਦੇ ਦਿਓ ਵੀ ਜਿੰਨੇ ਕੁ ਮੇਰੇ ਖਰਚੇ ਪਾਣੀ ਹੋਣ। ਕਹਿੰਦੇ ਫਿਰ ਵੀ ਕਿੰਨੀ ਕੁ ਤੁਹਾਨੂੰ ਚਾਹੀਦੀ ਹੈ? ਕਹਿੰਦੇ ਜੀ ਤੁਸੀਂ ਵੀ ਪਰਿਵਾਰ ਵਾਲੇ ਹੋ, ਮੇਰੀ ਵੀ ਜਨਾਨੀ ਹੈ, ਮੇਰੇ ਵੀ 2 ਬੱਚੇ ਨੇ, ਤੁਹਾਡੇ ਵੀ ਬੱਚੇ ਪੜ੍ਹਦੇ ਹੋਣੇ ਨੇ ਤੇ ਮੇਰੇ ਵੀ ਬੱਚੇ ਪੜ੍ਹਦੇ ਨੇ, ਬਸ ਤੁਸੀਂ ਦੇਖ ਲਓ ਜਿੰਨਾ ਕੁ ਤੁਹਾਡਾ ਖਰਚਾ ਉਹਨਾਂ ਕੁ ਮੈਨੂੰ ਦੇ ਦਿਓ। ਤੇ ਪ੍ਰਧਾਨ ਸਾਹਿਬ ਦੀ ਅੱਗੇ ਵਰਡਿੰਗ ਸੀਗੀ ਵੀ ਮੇਰਾ ਤੇ ਘਰ ਦਾ 50,000 ਰੁਪਇਆ ਖਰਚਾ ਹੈ ਤੇ ਅਸੀਂ ਗ੍ਰੰਥੀ ਨੂੰ 5,000 ਦਿੰਦੇ ਆ। ਹੁਣ ਤਾਲਮੇਲ ਕਿੱਥੋਂ ਬੈਠੇਗਾ? ਹਾਂ, ਬੜੀ ਸੋਹਣੀ ਗੱਲ ਹੈ। ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਪ੍ਰਧਾਨ ਦੀਆਂ ਤੇ ਗ੍ਰੰਥੀ ਸਿੰਘ ਦੀਆਂ ਇੱਕੋ ਜੀਆਂ ਨੇ। ਮੁੱਢਲੀਆਂ ਲੋੜਾਂ, ਸ਼ੌਂਕ ਵੱਖੋ ਵੱਖਰੇ ਹੋ ਸਕਦੇ ਨੇ, ਹੋ ਸਕਦਾ ਪ੍ਰਧਾਨ ਦੇ ਬੱਚੇ ਬ੍ਰਾਂਡ ਪਾਉਂਦੇ ਹੋਣ, ਗ੍ਰੰਥੀ ਸਿੰਘ ਦੇ ਬੱਚੇ ਉਹ ਨਾਨ ਬ੍ਰਾਂਡਡ ਕੱਪੜੇ ਜਿਹੜੇ ਉਹ ਪਾ ਕੇ ਗੁਜ਼ਾਰਾ ਕਰਦੇ ਹੋਣ, ਪਰ ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਰੋਟੀ, ਕੱਪੜਾ, ਮਕਾਨ, ਇਹ ਸਾਰੀਆਂ ਕਰੀਬ ਇੱਕੋ ਜੀਆਂ ਨੇ। ਮੱਖੂ ਸਾਹਿਬ, ਸਭ ਤੋਂ ਵੱਡੀ ਦੇਖੋ, ਅੱਜ ਆਪਾਂ ਕਿਸੇ ਵੀ ਮਲਟੀਨੈਸ਼ਨਲ ਕੰਪਨੀ ਨੂੰ ਦੇਖਦੇ ਆ, ਜਾਂ ਮੇਰਾ ਕਈ ਵਾਰੀ ਦਿਲ ਕਹਿੰਦਾ ਹੈ ਵੀ ਜਦੋਂ ਕੋਈ ਮੈਟ੍ਰਿਕ ਕਰਕੇ ਜਾਂ +2 ਕਰਕੇ ਜਾਂ BA ਕਰਕੇ ਪ੍ਰਚਾਰਕ ਬਣਦਾ, ਤੁਸੀਂ ਕਦੀ ਦੋਵਾਂ ਚੀਜ਼ਾਂ ਨੂੰ ਬਰਾਬਰ ਰੱਖੋ। ਜੇ ਬੰਦਾ +2 ਕਰਨ ਤੋਂ ਬਾਅਦ ਪ੍ਰਚਾਰਕ ਸ਼੍ਰੇਣੀ ਵਿੱਚ ਆਉਂਦਾ, 3 ਸਾਲ ਉਹ ਡਿਪਲੋਮਾ ਕਰਦਾ ਜਾਂ ਕਈ 5 ਸਾਲ, ਜਿਵੇਂ ਮੈਂ 5 ਸਾਲ ਲਗਾਏ ਨੇ, ਤੇ ਜੇ ਬੰਦਾ ਦੁਨਿਆਵੀ ਤੌਰ ਦੇ ਉੱਤੇ MBA ਕਰ ਲਵੇ, BCom ਕਰ ਲਵੇ, ਹੈ ਨਾ ਜੀ, ਤੇ ਉਹ ਜਦੋਂ ਕਿਸੇ ਅਦਾਰੇ ਦੇ ਵਿੱਚ ਆਪਣੇ ਸਰਟੀਫਿਕੇਟ ਲੈ ਕੇ ਜਾਂਦਾ ਹੈ, ਕਿਸੇ ਬੈਂਕ ਦੇ ਵਿੱਚ ਪਹੁੰਚਿਆ ਜਾਂ ਕਿਸੇ ਹੋਰ ਅਦਾਰੇ ਵਿੱਚ ਪਹੁੰਚਿਆ, ਤੇ ਉਹਦੀ ਜਿਹੜੀ ਸਟਾਰਟਿੰਗ ਸੈਲਰੀ ਹੈ ਘੱਟੋ ਘੱਟ 15,000 ਰੁਪਏ ਤਾਂ ਹੁੰਦੀ ਹੈ। ਹਾਲਾਂਕਿ ਇਹ ਗੱਲ ਤੁਹਾਨੂੰ ਪਤਾ ਹੈ, ਤੁਸੀਂ ਪ੍ਰਚਾਰਕ ਹੋ, ਕਿ ਜਿੰਨੀ ਮਿਹਨਤ ਇੱਕ ਪ੍ਰਚਾਰਕ ਦੀ ਹੈ, ਸ਼ਾਇਦ MBA ਕਰਨ ਵਾਲੇ ਸਟੂਡੈਂਟ ਦੀ ਉਨੀ ਮਿਹਨਤ ਨਹੀਂ ਹੈਗੀ ਜੀ।
ਜਿੰਨੀ ਮਿਹਨਤ ਇੱਕ ਪ੍ਰਚਾਰਕ ਨੂੰ ਕਰਨੀ ਪੈਂਦੀ ਹੈ। ਹਰ ਦੂਸਰੀ ਗੱਲ, ਜਿੰਨੀ ਡਿਊਟੀ ਇੱਕ ਪ੍ਰਚਾਰਕ ਦੀ ਹੈ, ਦੇਖੋ ਬੈਂਕ ਦੇ ਵਿੱਚ ਬੰਦਾ ਕੰਮ ਕਰ ਰਿਹਾ ਹੈ, ਉਹਨੂੰ ਪਤਾ ਸਵੇਰੇ 10 ਵਜੇ ਜਾਣਾ, ਸ਼ਾਮ ਨੂੰ 5 ਵਜੇ ਘਰ ਆ ਜਾਣਾ। ਉਹਦੀ ਇੱਕ ਸਮਾਂ ਸੀਮਾ ਹੈ ਵੀ ਉਹਨੇ 8 ਘੰਟੇ ਜਾ ਕੇ ਆਪਣੇ ਅਦਾਰੇ ਵਿੱਚ ਕੰਮ ਕਰਨਾ ਹੈ, ਤੇ ਉਹਦੇ ਬਦਲੇ ਉਹਨੂੰ ਮਹੀਨੇ ਦੀ 20,000 ਉਹਦੇ ਪਰਿਵਾਰ ਨੂੰ ਵੀ ਪਤਾ ਵੀ ਇੰਨੇ ਵਜੇ ਘਰ ਆ ਜਾਣਾ, 15-20 ਮਿੰਟ ਲੇਟ ਹੋ ਸਕਦਾ, ਬਸ ਇੰਨਾ ਹੀ ਹੈ। ਬਸ ਉਹਨੇ ਇੰਨੇ ਘੰਟੇ ਕੰਮ ਕਰਨਾ ਹੈ। ਪਰ ਪ੍ਰਚਾਰਕ ਦਾ ਕੋਈ ਸਮਾਂ ਸੀਮਾ ਨਹੀਂ ਹੈਗੀ ਵੀ ਜਿਹੜਾ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਿਹਾ 24 ਘੰਟੇ ਦਾ ਸੇਵਾਦਾਰ ਹੈ। ਜੇ ਗੁਰਦੁਆਰੇ ਵੀ ਆਵਾਜ਼ ਪੈ ਸਕਦੀ ਹੈ, ਕਿਸੇ ਵੇਲੇ ਵੀ ਆਵਾਜ਼ ਪੈ ਸਕਦੀ ਹੈ। ਮੈਂ ਤਾਂ ਇੱਥੋਂ ਤੱਕ ਹੈਰਾਨ ਹੁੰਨਾ ਵੀ ਅਸੀਂ ਪ੍ਰਚਾਰਕ ਘੱਟ ਤੇ ਇੱਕ ਨੌਕਰ ਵਾਲਾ ਜਿਹੜਾ ਸਲੂਕ ਹੈ ਉਹ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘਾਂ ਨਾਲ ਜ਼ਿਆਦਾ ਕਰਦੇ ਆ। ਵੀ ਗਲਾਸ 100 ਸੀਗਾ, ਕਮੇਟੀ ਕਹਿੰਦੀ ਜੀ 100 ਗਲਾਸਾਂ ਦੀ ਲਿਸਟ ਸੀ, 10 ਘਟ ਗਏ ਨੇ, ਕਿੱਥੇ ਗਏ? ਥਾਲੀਆਂ 150 ਸੀਗੀਆਂ, ਕਿੱਧਰ ਗਈਆਂ? ਮਤਲਬ ਕਿ ਕਿਹੋ ਜਿਹੇ ਮਾਹੌਲ ਦੇ ਵਿੱਚ ਦੇਖੋ, ਮੈਂ ਸਤਿਕਾਰ ਫਿਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹ ਜਿਹੜੀ ਦਾਤ ਹੈ ਨਾ, ਇਹ ਸਾਨੂੰ ਸਤਿਗੁਰੂ ਨੇ ਬੜੀ ਵਡਮੁੱਲੀ ਦਾਤ ਬਖਸ਼ੀ ਹੈ। ਕੋਹ ਨਾਨਕ ਤਿਸ ਭਇਓ ਪ੍ਰਾਪਤ। ਹਕੀਕਤ ਤਾਂ ਇਹੀ ਹੈ ਵੀ ਜਿਸ ਦਿਨ ਕੋਈ ਪਹਿਲੇ ਦਿਨ ਗੁਰੂ ਘਰ ਇਸ ਸੋਚ ਨੂੰ ਲੈ ਕੇ ਜਾਂਦਾ ਹੈ, ਜਿਸ ਦਿਨ ਕੋਈ ਪਹਿਲੇ ਦਿਨ ਆਵਾਜ਼ਾਂ ਚੁੱਕ ਕੇ ਜਾਂਦਾ ਹੈ ਵੀ ਮੈਂ ਕੀਰਤਨ ਸਿੱਖਣਾ ਹੈ, ਤੇ ਮੈਂ ਕਹਿੰਦਾ ਵੀ ਚੰਗੇ ਕਰਮ ਹੋਣਗੇ। ਜਿਸ ਦਿਨ ਉਹ ਸੋਚਦਾ ਹੈ ਵੀ ਮੈਂ ਆਪਣੇ ਗੁਰੂ ਦੀ ਬਾਣੀ ਦਾ ਕੀਰਤਨ ਗਾਉਣਾ ਹੈ, ਪਰ ਜਦੋਂ ਉਹ ਹੌਲੀ ਹੌਲੀ ਵਿਚਰਦਾ ਹੈ, ਉਹਨੂੰ ਸਮਝ ਆਉਂਦੀ ਹੈ। ਤੇ ਕਈ ਵਾਰੀ ਆਪਾਂ ਕਈ ਪ੍ਰਚਾਰਕਾਂ ਨੂੰ, ਕਈ ਗ੍ਰੰਥੀ ਸਿੰਘਾਂ ਨੂੰ ਆਪਾਂ ਅਜਿਹੇ ਹਾਲਾਤਾਂ ਦੇ ਵਿੱਚ ਵੇਖਿਆ, ਉਹ ਕਹਿੰਦੇ ਨੇ ਆਪਣੇ ਬੱਚਿਆਂ ਨੂੰ ਹੋਰ ਤੇ ਕੁਝ ਜ਼ਰੂਰ ਕਰਾਵਾਂਗੇ, ਬੱਚਿਆਂ ਨੂੰ ਪੜ੍ਹਾਵਾਂਗੇ, ਕੁਝ ਵੀ ਬਣਾ ਦਾਂਗੇ, ਪਰ ਪ੍ਰਚਾਰਕ ਨਹੀਂ ਬਣਾਵਾਂਗੇ। ਇਹਦਾ ਕਾਰਨ ਇਹੋ ਹੀ ਹੈ ਕਿਉਂਕਿ ਸਾਡੀ ਜਿਹੜੀ ਕਿਰਤ ਹੈ ਉਹ ਸੁਤੰਤਰ ਨਹੀਂ ਹੈਗੀ। ਅਸੀਂ ਧਰਮ ਨੂੰ, ਕੀਰਤਨ ਨੂੰ ਕਿਰਤ ਬਣਾ ਚੁੱਕੇ ਹਾਂ। ਜੇ ਸਾਡੀ ਕਿਰਤ ਸੁਤੰਤਰ ਹੁੰਦੀ, ਮੈਂ ਜਿਹੜੀ ਤੁਹਾਨੂੰ ਬੇਨਤੀ ਕਰ ਰਿਹਾ ਸੀ, ਜਿਵੇਂ ਕਿਤੇ ਵੀ ਕੋਈ ਮਲਟੀਨੈਸ਼ਨਲ ਕੰਪਨੀ 'ਚ ਸਰਵਿਸ ਕਰਦਾ ਹੈ ਜਾਂ ਕੋਈ ਸਰਕਾਰੀ ਜੋਬ ਕਰਦਾ ਹੈ, ਤੇ ਵੇਖੋ ਉਹਦੇ ਪਰਿਵਾਰ ਨੂੰ ਕਿੰਨੀ ਸੇਫਟੀ ਹੈ। ਉਹਨੂੰ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ, ਉਹਨੂੰ ਹਰ ਤਰੀਕੇ ਦੇ ਨਾਲ ਉਹਦੀ ਮਦਦ ਕੀਤੀ ਜਾਂਦੀ ਹੈ। ਪਰ ਤੁਸੀਂ ਹੈਰਾਨ ਹੋਵੋਗੇ, ਭਾਵੇਂ ਤੁਸੀਂ ਇੰਡੀਆ ਦੀ ਗੱਲ ਕਰੋ, ਪੰਜਾਬ ਦੀ ਗੱਲ ਕਰੋ, ਵਿਦੇਸ਼ਾਂ ਦੀ ਗੱਲ ਕਰੋ, ਕਿਤੇ ਦੀ ਵੀ ਗੱਲ ਕਰੋ, ਪਰ ਤੁਹਾਨੂੰ ਵਿਰਲੇ ਅਜਿਹੇ ਗੁਰੂ ਘਰ ਮਿਲਣਗੇ ਜਿੱਥੇ ਪ੍ਰਚਾਰਕਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ, ਉਹਨਾਂ ਦੇ ਬੱਚਿਆਂ ਦੀ ਚੰਗੀ ਐਜੂਕੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਪ੍ਰਚਾਰਕਾਂ ਦੀ ਵਧੀਆ ਰਿਹਾਇਸ਼ ਦੀ ਗੱਲ ਕੀਤੀ ਜਾਂਦੀ ਹੈ। ਨਹੀਂ ਤੇ ਮੈਨੂੰ ਮਾਫ ਕਰਨਾ, ਜਿੰਨਾ ਕੁ ਮੈਂ ਵੇਖਿਆ, ਤੁਹਾਡਾ ਐਕਸਪੀਰੀਅੰਸ, ਤਜਰਬਾ ਮੇਰੇ ਨਾਲੋਂ ਕਿਤੇ ਵੱਧ ਹੈ। ਪ੍ਰਚਾਰਕਾਂ ਨੂੰ ਜਿਹੜੇ ਕਮਰਿਆਂ ਦੇ ਵਿੱਚ ਰੱਖਿਆ ਹੁੰਦਾ ਹੈ ਨਾ, ਜਿੱਥੇ ਉਹਨਾਂ ਨੂੰ ਰਿਹਾਇਸ਼ ਦਿੱਤੀ ਹੁੰਦੀ ਹੈ, ਮਾਫ ਕਰਿਓ, ਜੇ ਕਿਧਰੇ ਇੱਕ ਦਿਨ ਗੁਰਦੁਆਰੇ ਦੇ ਪ੍ਰਧਾਨ ਨੂੰ, ਸਕੱਤਰ ਨੂੰ ਤੇ ਗੁਰਦੁਆਰੇ ਦੀ ਕਮੇਟੀ ਨੂੰ ਰਹਿਣਾ ਪੈ ਜੇ, ਸਾਰੀ ਰਾਤ ਸੌ ਨਹੀਂ ਸਕਦੇ। ਉਹਨਾਂ ਦੀ ਰਿਹਾਇਸ਼ ਦਾ ਛੱਡ ਕੇ ਭੱਜਣਗੇ, ਕਿਉਂਕਿ ਉੱਥੇ ਦੇ ਜਿਹੜੇ ਪੱਖੇ ਨੇ, ਤੁਸੀਂ ਦੇਖੋ ਅੱਜ ਕਿਹੜੇ ਘਰ ਦੇ ਵਿੱਚ ਏਸੀ ਨਹੀਂ ਹੈਗਾ ਸਰ। ਪਰ ਮੈਂ ਇੱਥੋਂ ਤੱਕ ਵੇਖਿਆ, ਗੁਰਦੁਆਰੇ ਦਾ ਗ੍ਰੰਥੀ ਜੇ ਕੂਲਰ ਵੀ ਚਲਾ ਲੇ ਤੇ ਕਹਿੰਦੇ ਬਾਬਾ ਬਿੱਲ ਬੜਾ ਆਉਂਦਾ ਸਾਡੇ ਗੁਰਦੁਆਰੇ ਦਾ। ਤੁਸੀਂ ਏਸੀ ਵਿੱਚ ਸੋ ਸਕਦੇ ਹੋ, ਪਰ ਉਹ ਜਿਹਨੇ ਤੜਕੇ ਉੱਠ ਕੇ ਗੁਰੂ ਦੀ ਬਾਣੀ ਦਾ ਨਾਮ ਲੈਣਾ ਹੈ, ਜਿਹਨੇ ਤੜਕੇ ਉੱਠ ਕੇ ਸੱਚ ਦਾ ਹੋਕਾ ਦੇਣਾ ਹੈ, ਮੱਖੂ ਸਾਹਿਬ ਉਹ ਸੋਚਦੇ ਨੇ ਇਹ ਸਾਰੀ ਰਾਤ ਪੱਖੇ ਦੀ ਗਰਮ ਹਵਾ ਦੇ ਵਿੱਚ ਸੜੇ। ਇਹ ਸਾਡੀ ਹਾਲਤ ਹੋ ਚੁੱਕੀ ਹੈ। ਇਸ ਕਰਕੇ ਲੋਕ ਆਪਣੇ ਬੱਚੇ ਨਹੀਂ ਅੱਗੇ ਪਾਉਂਦੇ, ਅੱਗੇ ਨਹੀਂ ਪਾ ਰਹੇ। ਪਰ ਜੇ ਸਾਡੀ ਕਿਰਤ ਸੁਤੰਤਰ ਹੋਵੇਗੀ, ਫਿਰ ਅਸੀਂ ਗਏ ਹਾਂ, ਆਪਣਾ ਕਾਰਜ ਕੀਤਾ, ਆਪਣੀ ਕਿਰਤ ਦੇ ਵਿੱਚ ਵਾਪਸ ਆ ਗਏ, ਸਾਨੂੰ ਕਿਸੇ ਦੀ ਕੋਈ ਲਾ ਨਹੀਂ, ਕੋਈ ਖਾ ਨਹੀਂ। ਬਿਲਕੁਲ ਜੀ, ਕੋਈ ਕਿਸੇ ਤਰੀਕੇ ਦਾ ਕੋਈ ਕੰਮ ਤੇ ਉਂਗਲ ਨਹੀਂ। ਠੀਕ ਹੈ ਭਾਈ, ਸਾਡੇ ਤੋਂ ਬੈਟਰ ਕਰ ਸਕਦਾ ਸਵੇਰੇ ਭਾਈ। ਦਰਸ਼ਕੋ, ਇਹ ਸੀ ਪ੍ਰੋਗਰਾਮ ਕੁਝ ਕੌੜੇ ਸੱਚ, ਜਿਹਦੇ ਵਿੱਚ ਵੀਰ ਜੀ ਨੇ ਬੇਬਾਕ ਹੋ ਕੇ ਜੋ ਗੁਰਦੁਆਰਿਆਂ ਦੇ ਹਾਲਾਤ ਨੇ ਉਹ ਕੌੜੇ ਸੱਚ ਤੁਹਾਡੇ ਰੂਬਰੂ ਕੀਤੇ ਨੇ। ਜਲਦੀ ਹੀ ਕੁਝ ਹੋਰ ਕੌੜੇ ਸੱਚ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।